ਭਗਤ ਸਧਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਭਗਤੀ ਕਰਨ ਵਿੱਚ ਹੀ ਭਲਾ ਹੈ, ਤਾਂ ਉਹ ਪੁਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਨਨਾਥਪੁਰੀ ਦੀ ਯਾਤਰਾ ਵਾਸਤੇ ਸਿੰਧ ਵਿੱਚੋਂ ਚੱਲ ਪਏ। ਜਗਨਨਾਥਪੁਰੀ ਸ਼ਹਿਰ ਪੁੱਜਣ ਤੋਂ ਇੱਕ ਪੜਾਅ ਉਰੇ ਭਗਤ ਸਧਨਾ ਜੀ ਨੂੰ ਰਾਤ ਪੈ ਗਈ। ਭਗਤ ਸਧਨਾ ਜੀ ਨੇ ਸੋਚਿਆ ਕਿਸੇ ਗ੍ਰਹਿਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤੇ ਰਾਤ ਕਿਤੇ ਕੱਟ ਲਵਾਂ। ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਇਹਨਾਂ ਨੇ ਭੋਜਨ ਦਾ ਸਵਾਲ ਕੀਤਾ। ਉਸ ਘਰ ਵਿੱਚ ਇੱਕ ਇਸਤਰੀ ਤੇ ਇੱਕ ਮਰਦ ਰਹਿੰਦੇ ਸਨ। ਇਸਤਰੀ ਦੀ ਉਮਰ 20-22 ਸਾਲ ਵਿਚਾਲੇ ਸੀ। ਉਹ ਬਹੁਤ ਸੁੰਦਰ ਤੇ ਜਵਾਨ ਸੀ। ਉਸ ਦਾ ਪਤੀ ਇੱਕ ਰੋਗੀ ਸੀ। ਉਸ ਨਾਰੀ ਨੇ ਜਦੋਂ ਸਧਨਾ ਜੀ ਨੂੰ ਵੇਖਿਆ ਤਾਂ ਅੰਦਰ ਸੱਦ ਲਿਆ। ਬੜੀ ਨਿਮਰਤਾ ਤੇ ਪ੍ਰੇਮਮਈ ਲਹਿਜੇ ਵਿੱਚ ਬੋਲੀ, ਸੰਤ ਜੀ ਅੰਦਰ ਪਧਾਰੀਏ, ਗ੍ਰਹਿ ਪਵਿੱਤਰ ਕਰੀਏ, ਧੰਨ ਭਾਗ ਆਪ ਆਏ। ਉਸ ਦੀ ਸਰਦਾ ਵੇਖ ਕੇ ਭਗਤ ਸਧਨਾ ਜੀ ਉਹਦੇ ਵਿਹੜੇ ਵਿੱਚ ਚਲੇ ਗਏ ਅਤੇ ਮੰਜੇ ਉੱਤੇ ਬੈਠ ਗਏ। ਉਸ ਮੁਟਿਆਰ ਇਸਤਰੀ ਨੇ ਬੜੇ ਚਾਅ ਤੇ ਸ਼ਰਧਾ ਨਾਲ ਭੋਜਨ ਤਿਆਰ ਕੀਤਾ। ਭੋਜਨ ਤਿਆਰ ਕਰਕੇ ਭਗਤ ਸਧਨਾ ਜੀ ਦੇ ਚਰਨ ਧੁਆਏ ਤੇ ਚੌਂਤਰੇ ਉੱਤੇ ਬਿਠਾ ਕੇ ਭੋਜਨ ਛਕਾਇਆ। ਜਿੰਨਾ ਚਿਰ ਭਗਤ ਸਧਨਾ ਜੀ ਭੋਜਨ ਛਕਦਾ ਰਿਹਾ, ਉਨਾ ਚਿਰ ਉਹ ਇਸਤਰੀ ਪੱਖਾ ਝੱਲਦੀ ਰਹੀ, ਜਿਵੇਂ ਪਤੀ ਨੂੰ ਇਸਤਰੀ ਪੱਖਾ ਝੱਲਦੀ ਹੈ। ਨਾਲ ਪ੍ਰੇਮ ਭਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਰਾਹੀਂ ਪੁੱਛਦੀ ਰਹੀ ਕਿ ਸਧਨਾ ਜੀ ਕਿੱਥੋਂ ਆਏ ਹਨ, ਕਿੱਥੇ ਜਾ ਰਹੇ ਹਨ ਤੇ ਕਿਉਂ ਸਾਧੂ ਹੋਏ ਹਨ। ਭਗਤ ਸਧਨਾ ਜੀ ਜਦੋਂ ਭੋਜਨ ਛਕ ਚੁੱਕੇ ਸਨ ਤਾਂ ਉਸ ਮੁਟਿਆਰ ਇਸਤਰੀ ਨੇ ਸਧਨਾ ਜੀ ਨੂੰ ਚੰਗਾ ਬਿਸਤਰਾ ਵਿਛਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ। ਉਸ ਬੇਨਤੀ ਨੂੰ ਸਧਨਾ ਜੀ ਨੇ ਪ੍ਰਵਾਨ ਕਰ ਲਿਆ। ਨਾਮ ਦਾ ਸਿਮਰਨ ਕਰਦਾ ਹੋਇਆ ਭਗਤ ਸਧਨਾ ਜੀ ਸੋ ਗਿਆ। ਜਦ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਉਹ ਮੁਟਿਆਰ ਸ਼ਿੰਗਾਰ ਕਰਕੇ ਭਗਤ ਸਧਨਾ ਜੀ ਦੇ ਮੰਜੇ ਉੱਤੇ ਆ ਗਈ। ਉਸ ਦੇ ਹਿਰਦੇ ਵਿੱਚ ਵਾਸ਼ਨਾ ਮੰਦੀ ਸੀ। ਕਾਮ ਨੇ ਉਸ ਦੇ ਖੂਨ ਨੂੰ ਉਬਾਲ ਦਿੱਤਾ ਸੀ। ਉਹ ਅੰਨੀ ਹੋਈ ਸੀ। ਉਸ ਦਾ ਇਹ ਪਾਗਲਾਂ ਵਾਲਾ ਵਤੀਰਾ ਵੇਖ ਕੇ ਭਗਤ ਸਧਨਾ ਜੀ ਨੇ ਕਿਹਾ, ਭੈਣ ਆਪ ਮੇਰੇ ਕੋਲੋਂ ਜਾਈਏ। ਹਰ ਇਸਤਰੀ ਨੂੰ ਪਤੀ ਵਰਤਾ ਰਹਿਣਾ ਚਾਹੀਦਾ ਹੈ। ਮੈਂ ਅੱਗੇ ਹੀ ਪਾਪਾਂ ਦੇ ਕਾਰਨ ਦਰ ਬਦਰ ਫਿਰਦਾ ਹਾਂ। ਮੈਨੂੰ ਹੋਰ ਪਾਪਾਂ ਦਾ ਭਾਗੀ ਨਾ ਬਣਾ। ਜਾ ਤੂੰ ਮੇਰੀ ਭੈਣ ਹੈ। ਉਸ ਇਸਤਰੀ ਦੀ ਪੁੱਠੀ ਮੱਤ ਮੰਦੀ ਵਾਸ਼ਨਾ ਦੇ ਕਾਰਨ ਉਸਨੇ ਪੁੱਠਾ ਸੋਚਿਆ। ਉਸਨੇ ਖਿਆਲ ਕੀਤਾ ਕਿ ਸ਼ਾਇਦ ਸੰਤ ਉਸਦੇ ਪਤੀ ਕੋਲੋਂ ਡਰਦਾ ਹੈ। ਉਹ ਪਿੱਛੇ ਮੁੜੀ ਤੇ 10 ਕੁ ਮਿੰਟਾਂ ਪਿੱਛੋਂ ਆਪਣੇ ਪਤੀ ਦਾ ਸਿਰ ਵੱਢ ਕੇ ਸਧਨਾ ਜੀ ਕੋਲ ਲੈ ਆਈ। ਭਗਤ ਸਧਨਾ ਜੀ ਨੂੰ ਆਪਣੇ ਪਤੀ ਦਾ ਸਿਰ ਵਿਖਾ ਕੇ ਬੋਲੀ, ਹੇ ਪਿਆਰੇ ਤੇ ਮੇਰੇ ਹਾਣੀ, ਜੇ ਤੈਨੂੰ ਮੇਰੇ ਪਤੀ ਦਾ ਭੈ ਸੀ ਤਾਂ ਇਹ ਲੈ ਉਸ ਦਾ ਸਿਰ। ਮੈਂ ਉਸ ਨੂੰ ਪਤੀ ਨਹੀਂ ਸੀ ਮੰਨਦੀ। ਮੇਰੇ ਮਾਂ-ਬਾਪ ਨੇ ਮੱਲੋ ਮੱਲੀ ਮੇਰਾ ਵਿਆਹ ਕਰ ਦਿੱਤਾ। ਇਹ ਨਕੰਮਾ ਤੇ ਰੋਗੀ ਸੀ। ਇਸ ਨੂੰ ਮਾਰਨਾ ਹੀ ਚਾਹੀਦਾ ਸੀ। ਹੁਣ ਮੈਂ ਆਪ ਨੂੰ ਪਤੀ ਮੰਨਦੀ ਹਾਂ। ਮੇਰੇ ਨਾਲ ਪਿਆਰ ਕਰੋ, ਮੈਨੂੰ ਆਪਣੀ ਬਣਾਵੋ। ਭਗਤ ਸਧਨਾ ਜੀ ਉਸ ਦੀਆਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ। ਜਦੋਂ ਉਹ ਮਨ ਆਈ ਬਕਵਾਸ ਕਰ ਚੁੱਕੀ ਤਾਂ ਭਗਤ ਜੀ ਕ੍ਰੋਧਵਾਨ ਹੋ ਕੇ ਬੋਲੇ, ਹੇ ਪਾਪਨ, ਧਰਮ ਤੇ ਸਮਾਜ ਦੀ ਪਰਵਾਹ ਨਾ ਕਰਕੇ ਤੂੰ ਮਹਾਨ ਪਾਪ ਕੀਤਾ ਹੈ। ਇਸ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ। ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ। ਮੈਂ ਤੇਰੇ ਘਰੋਂ ਚੱਲਿਆ ਹਾਂ। ਤੂੰ ਜ਼ਹਿਰ ਦੀ ਗੰਦਲ ਹੈ, ਠੱਗਣੀ ਹੈ। ਉਹ ਨਾਗਣੀ ਹੈ ਜਿਸ ਦੇ ਡੰਗ ਦਾ ਇਲਾਜ ਨਹੀਂ। ਇਹ ਆ ਕੇ ਭਗਤ ਸਧਨਾ ਜੀ ਉੱਥੋਂ ਉੱਠਣ ਲੱਗੇ। ਉਹਨਾਂ ਨੂੰ ਉੱਠਦਿਆਂ ਵੇਖ ਕੇ ਮਹਾਪਾਪਨ ਤੇ ਹਥਿਆਰੀ ਔਰਤ ਕੂਕ ਉੱਠੀ, ਹੇ ਲੋਕੋ, ਮੇਰੇ ਪਤੀ ਨੂੰ ਮਾਰ ਕੇ ਮੇਰੇ ਲਈ ਪਾਪ ਕਰਨਾ ਚਾਹੁੰਦਾ ਹੈ। ਤੂੰ ਸੰਤ ਨਹੀਂ, ਖੂਨੀ ਹੈ। ਹੇ ਲੋਕੋ, ਮੈਂ ਲੁੱਟੀ ਗਈ। ਨੱਸੋ ਦੌੜੋ, ਮੇਰੇ ਪਿਆਰੇ ਪਤੀ ਦਾ ਸੰਤ ਨੇ ਖੂਨ ਕਰ ਦਿੱਤਾ ਹੈ। ਫੜੋ, ਨੱਸ ਚਲਿਆ ਜੀ। ਉਸ ਪਾਪਣ ਦਾ ਇਹ ਰੌਲਾ ਦੇਖ ਕੇ ਭਗਤ ਸਧਨਾ ਜੀ ਹੈਰਾਨ ਜ਼ਰੂਰ ਹੋਏ ਪਰ ਘਬਰਾਏ ਨਹੀਂ। ਉਹਨਾਂ ਨੇ ਕਿਹਾ, ਵੇਖੀ ਜਾਏਗੀ ਭਗਵਾਨ ਕੀ ਕਰਦਾ ਹੈ। ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਮਿਲਣਾ ਰਹਿ ਗਿਆ ਹੈ ਜੋ ਮੈਂ ਇਸ ਕੁਲਜੋਗਣ ਦੇ ਘਰ ਰਾਤ ਕੱਟਣ ਵਾਸਤੇ ਠਹਿਰ ਗਿਆ। ਉਸ ਇਸਤਰੀ ਦਾ ਰੌਲਾ ਸੁਣ ਕੇ ਲੋਕ ਆ ਗਏ। ਉਹਨਾਂ ਨੇ ਭਗਤ ਸਧਨਾ ਜੀ ਨੂੰ ਘੇਰ ਲਿਆ। ਫੜ ਕੇ ਹਾਕਮ ਕੋਲ ਜਾ ਪੇਸ਼ ਕੀਤਾ। ਹਾਕਮ ਉਹ ਜਿਹਾ ਸੀ। ਉਸਨੇ ਝੱਟ ਸਧਨਾ ਜੀ ਦੇ ਹੱਥ ਕੱਟ ਦੇਣ ਦਾ ਹੁਕਮ ਦੇ ਦਿੱਤਾ। ਉਸ ਵੇਲੇ ਸਧਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ। ਭਗਤ ਸਧਨਾ ਜੀ ਦੇ ਹੱਥ ਵੱਢੇ ਗਏ, ਪਰ ਹੱਥ ਵੱਢਣ ਪਿੱਛੋਂ ਹਾਕਮ ਨੂੰ ਸੱਚੀ ਗੱਲ ਦਾ ਪਤਾ ਲੱਗ ਗਿਆ। ਉਸ ਨੇ ਉਸ ਪਾਪਨ ਇਸਤਰੀ ਨੂੰ ਧਰਤੀ ਵਿੱਚ ਗੱਡ ਕੇ
ਕੁੱਤਿਆਂ ਕੋਲੋਂ ਪੜਵਾ ਦਿੱਤਾ। ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ। ਪਾਪਣ ਦੀ ਰੂਹ ਨਰਕਾਂ ਨੂੰ ਗਈ। ਪਰਮਾਤਮਾ ਦੀ ਕਿਰਪਾ ਨਾਲ ਕੁਝ ਸਮੇਂ ਬਾਅਦ ਭਗਤ ਸਧਨਾ ਜੀ ਦੇ ਵੱਡੇ ਹੋਏ ਹੱਥ ਵਾਪਸ ਆ ਗਏ ਸੀ।